ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਾਹਿਤਿਕ ਸਫ਼ਰ ਵਿੱਚ। ਅੱਜ ਮੈਂ ਲੈ ਕੇ ਹਾਜ਼ਰ ਹਾਂ ਪੁੱਠੇ ਪੈਰ ਇੱਕ ਡੈਨ ਦੀ ਕਹਾਣੀ। ਸਾਡੇ ਪਿੰਡ ਦੀ ਜੂਹ ਤੋਂ ਅੰਦਰ ਵੱਲ ਨੂੰ ਆਉਂਦਿਆਂ ਇੱਕ ਘਰਨੁਮਾ ਖੰਡਰ ਹੈ। ਇਹ ਕਾਫੀ ਸਾਲਾਂ ਤੋਂ ਇੰਜ ਹੀ ਪਿਆ ਹੈ। ਇਸ ਖੰਡਰ ਦੀ ਇੱਕ ਆਪਣੀ ਅਜੀਬੋ ਗਰੀਬ ਕਹਾਣੀ ਹੈ। ਇਹ ਕਹਾਣੀ ਮੈਂ ਪਿੰਡ ਦੇ ਬਜ਼ੁਰਗਾਂ ਤੋਂ ਬਚਪਨ ਤੋਂ ਹੀ ਸੁਣਦਾ ਆਇਆ ਹਾਂ। ਇਹ ਖੰਡਰ ਕਿਸੇ ਵਕਤ ਇੱਕ ਵੱਸਦਾ ਘਰ ਸੀ। ਅੱਜ ਤੋਂ ਕਰੀਬਨ 40 ਸਾਲ ਪਹਿਲਾਂ ਇਸ ਵਿੱਚ ਪਤੀ ਪਤਨੀ ਰਿਹਾ ਕਰਦੇ ਸਨ। ਇਹ ਬਹੁਤ ਅਮੀਰ ਸਨ। ਇਹਨਾਂ ਦੇ ਘਰ ਬਸ ਇੱਕੋ ਇੱਕ ਕਮੀ ਸੀ ਕਿ ਇਹਨਾਂ ਦੇ ਕੋਈ ਔਲਾਦ ਨਹੀਂ ਸੀ। ਅਜਿਹਾ ਸੁਣਿਆ ਹੈ ਕਿ ਇਹਨਾਂ ਦੇ ਕਈ ਕੁੜੀਆਂ ਹੋਈਆਂ, ਪਰ ਚਾਹਤ ਮੁੰਡੇ ਦੀ ਸੀ। ਇਸ ਕਰਕੇ ਇਹਨਾਂ ਨੇ ਆਪਣੀਆਂ ਸਾਰੀਆਂ ਕੁੜੀਆਂ ਦੀਆਂ ਹੱਤਿਆਵਾਂ ਕਰ ਦਿੱਤੀਆਂ। ਇਹ ਜਦੋਂ ਥੋੜੀ ਬਜ਼ੁਰਗ ਅਵਸਥਾ ਵਿੱਚ ਪਹੁੰਚੇ ਤਾਂ ਮੁੰਡਾ ਜਨਮਣ ਦੀ ਇੱਛਾ ਨੂੰ ਤਿਆਗ ਦਿੱਤਾ। ਪਰ ਇਹਨਾਂ ਅੰਦਰ ਮੁੰਡਾ ਪ੍ਰਾਪਤੀ ਦੀ ਇੱਛਾ ਖਤਮ ਨਹੀਂ ਹੋਈ, ਸਗੋਂ ਹੋਰ ਵੀ ਪ੍ਰਬਲ ਹੋ ਗਈ ਸੀ। ਇਹਨਾਂ ਨੇ ਘਰ ਦੇ ਕੰਮ ਕਰਨ ਲਈ ਇੱਕ ਔਰਤ ਨੂੰ ਰੱਖ ਲਿਆ। ਕੁਝ ਦਿਨਾਂ 'ਚ ਹੀ ਇਹ ਔਰਤ ਇਹਨਾਂ ਦੇ ਬਹੁਤ ਕਰੀਬ ਹੋ ਗਈ। ਇਹਨਾਂ ਨੇ ਇਸ ਔਰਤ ਤੇ ਅੱਖਾਂ ਬੰਦ ਕਰਕੇ ਯਕੀਨ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਲੇ ਤਾਂ ਕਹਿੰਦੇ ਹਨ ਕਿ ਇਹ ਔਰਤ ਜਾਦੂ ਟੂਣਾ ਕਰਿਆ ਕਰਦੀ ਸੀ, ਜਿਸ ਕਰਕੇ ਇਸ ਨੇ ਇਹ ਦੋਵੇਂ ਆਪਣੇ ਵੱਸ ਕਰ ਰੱਖੇ ਸੀ। ਇੱਕ ਦਿਨ ਆਪਣਾ ਦੁੱਖ ਰੋਂਦਿਆਂ ਇਹਨਾਂ ਪਤੀ ਪਤਨੀ ਨੇ ਇਸ ਔਰਤ ਨੂੰ ਦੱਸਿਆ ਕਿ ਉਹਨਾਂ ਨੇ ਮੁੰਡਾ ਪ੍ਰਾਪਤੀ ਲਈ ਕਿੰਨੇ ਪਾਪੜ ਵੇਲੇ ਹਨ। ਘਰ ਦੀ ਭੇਤੀ ਤਾਂ ਇਹ ਬਣ ਹੀ ਚੁੱਕੀ ਸੀ। ਇਸ ਨੇ ਇੱਕਦਮ ਕਿਹਾ ਕਿ ਇਹ ਮਦਦ ਕਰ ਸਕਦੀ ਹੈ। ਵੈਸੇ ਤਾਂ ਇਹ ਇੱਕ ਉਮੀਦ ਹੀ ਸੀ, ਪਰ ਸੁਣ ਕੇ ਪਤੀ ਪਤਨੀ ਦੇ ਚਿਹਰੇ ਖਿੜ ਗਏ। ਇਸ ਔਰਤ ਨੇ ਕਿਹਾ ਜੇ ਉਹ ਬੱਚਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇੱਕ ਕੀਮਤ ਅਦਾ ਕਰਨੀ ਪਵੇਗੀ। ਇਹ ਨਾਲ ਹੀ ਮੰਨ ਗਏ, ਕਿਉਂਕਿ ਪੈਸੇ ਤਾਂ ਇਹਨਾਂ ਕੋਲ ਬਹੁਤ ਸੀ। ਪਰ ਗੱਲ ਪੈਸੇ ਦੀ ਨਹੀਂ ਸੀ, ਕੀਮਤ ਕੁਝ ਹੋਰ ਸੀ। ਇਸ ਔਰਤ ਨੇ ਕਿਹਾ ਇਹਨਾਂ ਨੂੰ ਆਪਣੀ ਆਤਮਾ ਦੀ ਬਲੀ ਦੇਣੀ ਹੋਵੇਗੀ। ਇਹਨਾਂ ਨੂੰ ਇੱਕ ਸ਼ਕਤੀ ਨਾਲ ਸਮਝੌਤਾ ਕਰਨਾ ਹੋਵੇਗਾ ਕਿ ਇਹ ਆਪਣੀ ਆਤਮਾ ਇਸ ਸ਼ਕਤੀ ਨੂੰ ਦੇਣਗੇ ਜੇ ਉਹ ਇਹਨਾਂ ਨੂੰ ਮੁੰਡੇ ਦੇ ਰੂਪ ਵਿੱਚ ਇੱਕ ਬੱਚਾ ਦੇ ਦੇਵੇ। ਇਹ ਸ਼ਕਤੀ ਦੋਸਤੋ ਕਾਲਾ ਜਾਦੂ ਸੀ, ਜਿਸ ਵਿੱਚ ਪਰਮਾਤਮਾ ਨਹੀਂ ਕਿਸੇ ਹੋਰ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਤੀ ਪਤਨੀ ਨੇ ਕੁਝ ਦੇਰ ਸੋਚਣ ਤੋਂ ਬਾਅਦ ਹਾਂ ਕਰ ਦਿੱਤੀ। ਅਸਲ ਵਿੱਚ ਇਹ ਔਰਤ ਆਪਣੇ ਹੀ ਇੱਕ ਖਾਸ ਮਕਸਦ ਕਰਕੇ ਇਹਨਾਂ ਦੇ ਘਰ ਆਈ ਸੀ। ਰਸਮ ਨੂੰ ਕਰਨ ਲਈ ਇੱਕ ਦਿਨ ਰੱਖਿਆ ਗਿਆ। ਇਹ ਇੰਨੀ ਗੁਪਤ ਕਿਰਿਆ ਸੀ ਕਿ ਪਿੰਡ ਵਾਲਿਆਂ ਨੂੰ ਅੱਜ ਤੱਕ ਵੀ ਨਹੀਂ ਪਤਾ ਲੱਗ ਸਕਿਆ ਕਿ ਅਸਲ ਵਿੱਚ ਇਸ ਘਰ ਵਿੱਚ ਹੋਇਆ ਕੀ ਸੀ। ਜੋ ਗੱਲਾਂ ਸਾਹਮਣੇ ਆਈਆਂ ਉਹ ਇਹ ਸਨ ਕਿ ਇਹਨਾਂ ਨੂੰ ਬੱਚਾ ਤਾਂ ਪ੍ਰਾਪਤ ਨਹੀਂ ਹੋਇਆ, ਪਰ ਇਹ ਇਸ ਔਰਤ ਦੀ ਗੱਲਾਂ ਵਿੱਚ ਆ ਕੇ ਉਹ ਸਭ ਕਰੀ ਗਏ ਜੋ ਸੱਚੇ ਧਰਮਾਂ ਦੇ ਉਲਟ ਸੀ। ਲਾਲਚ ਚਾਹੇ ਕਿਸੇ ਵੀ ਚੀਜ਼ ਦਾ ਹੋਵੇ, ਸਾਨੂੰ ਸੱਚੇ ਰੱਬ ਤੋਂ ਦੂਰ ਕਰ ਦਿੰਦਾ ਹੈ। ਇਸ ਲਈ ਹਮੇਸ਼ਾ ਵਾਹਿਗੁਰੂ ਸ਼ਕਤੀ ਤੋਂ ਹੀ ਮੰਗਣਾ ਚਾਹੀਦਾ ਹੈ, ਕਿਉਂਕਿ ਉਹੀ ਸੱਚ ਹੈ। ਇੱਕ ਖਾਸ ਪ੍ਰਕਾਰ ਦੀ ਪ੍ਰਕਿਰਿਆ ਕਰਦੇ ਹੋਏ ਇਹ ਪਤੀ ਪਤਨੀ ਮਾਰੇ ਗਏ। ਸ਼ਾਇਦ ਆਪਣੀਆਂ ਧੀਆਂ ਨੂੰ ਮਾਰਨ ਅਤੇ ਰੱਬ ਦਾ ਪੱਲਾ ਛੱਡਣ ਦੀ ਹੀ ਸਜ਼ਾ ਸੀ ਕਿ ਇਹਨਾਂ ਨੂੰ ਇੰਨੀ ਭਿਆਨਕ ਮੌਤ ਆਈ। ਇਹਨਾਂ ਦੀ ਲਾਸ਼ ਕੁਝ ਦਿਨਾਂ ਬਾਅਦ ਪਿੰਡ ਵਾਲਿਆਂ ਨੂੰ ਇਹਨਾਂ ਦੇ ਘਰੋਂ ਮਿਲੀ ਸੀ। ਇਹਨਾਂ ਨੇ ਖੁਦ ਹੀ ਫਾਂਸੀ ਲਾ ਲਈ ਸੀ, ਪਤਾ ਨਹੀਂ ਮਜਬੂਰਨ ਫਾਂਸੀ ਲਾਈ ਗਈ ਸੀ, ਇਹ ਕੋਈ ਨਹੀਂ ਜਾਣਦਾ। ਇਹ ਸਭ ਤੋਂ ਅਜੀਬ ਗੱਲ ਇਹ ਸੀ ਕਿ ਇਹਨਾਂ ਦੇ ਮੂੰਹ ਇੱਕ ਖਾਸ ਤਰ੍ਹਾਂ ਨਾਲ ਮੁੜੇ ਹੋਏ ਸੀ, ਜਿਵੇਂ ਕੋਈ ਇਸ਼ਾਰਾ ਕਰ ਰਹੇ ਹੋਣ। ਜਿੱਥੇ ਖੜ ਕੇ ਇਹਨਾਂ ਫਾਂਸੀ ਲਾਈ ਸੀ ਉੱਥੇ ਕੁਝ ਖਾਸ ਤਰ੍ਹਾਂ ਦੀਆਂ ਲਕੀਰਾਂ ਬਣੀਆਂ ਹੋਈਆਂ ਸੀ। ਆਸ-ਪਾਸ ਵੀ ਅਜੀਬੋ ਗਰੀਬ ਚੀਜ਼ਾਂ ਪਈਆਂ ਸੀ। ਕਹਿੰਦੇ ਨੇ ਜਿਸ ਨੇ ਵੀ ਉਦੋਂ ਉਹ ਮੰਜ਼ਰ ਦੇਖਿਆ ਸਭ ਦਾ ਦਿਲ ਦਹਿਲ ਉੱਠਿਆ ਸੀ ਤੇ ਹਰ ਕੋਈ ਵਾਹਿਗੁਰੂ ਦਾ ਜਾਪ ਕਰਨ ਲੱਗ ਗਿਆ ਸੀ। ਹੁਣ ਗੱਲ ਉਸ ਔਰਤ ਦੀ ਜਿਸ ਨੇ ਇਹਨਾਂ ਨੂੰ ਇਹ ਸਭ ਕਰਨ ਲਈ ਕਿਹਾ ਸੀ, ਉਸ ਦਾ ਕੁਝ ਪਤਾ ਨਹੀਂ ਲੱਗਿਆ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਪਤੀ ਪਤਨੀ ਬੱਚਾ ਨਾ ਮਿਲਣ ਦੀ ਹਾਲਤ ਵਿੱਚ ਪਾਗਲ ਹੋ ਗਏ ਸੀ ਤੇ ਇਹ ਔਰਤ ਇਹਨਾਂ ਦੀ ਆਪਣੀ ਕਲਪਨਾ ਸੀ, ਤੇ ਕਈਆਂ ਦਾ ਕਹਿਣਾ ਸੀ ਇਹ ਔਰਤ ਅਸਲ ਵਿੱਚ ਇੱਕ ਡੈਨ ਸੀ ਜੋ ਆਪਣੇ ਮਕਸਦ ਨਾਲ ਇਸ ਘਰ ਵਿੱਚ ਆਈ ਸੀ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਨੇ ਅੱਜ ਵੀ ਪਿੰਡ ਦੀ ਜੂਹ ਤੋਂ ਪਿੰਡ ਵੱਲ ਆਉਂਦਿਆਂ ਰਾਤ ਨੂੰ ਇਹਨਾਂ ਨੂੰ ਫਾਂਸੀ ਲੈਂਦਿਆਂ ਦੇਖਿਆ ਹੈ ਅਤੇ ਇਹਨਾਂ ਦਾ ਮੂੰਹ ਇੱਕ ਪਾਸੇ ਨੂੰ ਆਪੇ ਹੋ ਜਾਂਦਾ ਹੈ ਤੇ ਉੱਥੇ ਕੋਈ ਔਰਤ ਖੜੀ ਹੁੰਦੀ ਹੈ। ਕੁਝ ਜੋ ਉਸ ਸਮੇਂ ਸੀ ਹਾਲੇ ਬਜ਼ੁਰਗ ਅਵਸਥਾ ਵਿੱਚ ਹਨ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਫੋਟੋ ਵਿੱਚ ਉਸ ਔਰਤ ਨੂੰ ਦੇਖਿਆ ਸੀ ਤੇ ਧਿਆਨ ਨਾਲ ਦੇਖਣ ਤੇ ਸਾਫ਼ ਪਤਾ ਚੱਲਦਾ ਸੀ ਕਿ ਉਸ ਔਰਤ ਦੇ ਪੈਰ ਪੁੱਠੇ ਸਨ। ਅੰਤ ਵਿੱਚ ਇਹੀ ਕਹਿਣਾ ਚਾਹਾਂਗੇ, ਪਰਮਾਤਮਾ ਜੋ ਦਿੰਦਾ ਹੈ ਉਹ ਸਹੀ ਹੀ ਹੁੰਦਾ ਹੈ। ਜੇ ਘਰ ਵਿੱਚ ਕੁੜੀ ਦਾ ਜਨਮ ਹੋਇਆ ਹੈ ਤਾਂ ਇਹ ਪਰਮਾਤਮਾ ਦਾ ਆਸ਼ੀਰਵਾਦ ਹੈ, ਵਰਦਾਨ ਹੈ।